ਸਰਕਾਰੀ ਜ਼ਮੀਨਾਂ ਤੇ ਕਬਜ਼ੇ ਛੁਡਾਉਣ ਨੂੰ ਲੈ ਕੇ ਮਾਨ ਸਰਕਾਰ ਸੱਤਾ ਵਿੱਚ ਆਉਣ ਤੋਂ ਬਾਅਦ ਹੀ ਐਕਸ਼ਨ ਵਿੱਚ ਹੈ। ਇਸ ਤੋਂ ਪਹਿਲਾਂ ਵੀ ਮੁਹਿੰਮ ਚਲਾਈ ਗਈ ਸੀ ਤੇ ਇਸ ਦੌਰਾਨ ਮਾਨ ਸਰਕਾਰ ਨੇ ਦਾਅਵਾ ਕੀਤਾ ਹੈ ਕਿ 9000 ਏਕੜ ਤੋਂ ਜ਼ਿਆਦਾ ਜ਼ਮੀਨਾਂ ਤੇ ਕਬਜ਼ੇ ਛੁਡਾਏ ਗਏ ਸੀ, ਜਿਸ ਦੀ ਕੀਮਤ 2709 ਕਰੋੜ ਰੁਪਏ ਦੱਸੀ ਗਈ ਹੈ ਤੇ ਇਸ ਵਾਰ ਸਰਕਾਰ ਦਾ ਟੀਚਾ ਹੈ ਕਿ 10 ਜੂਨ ਤੱਕ 6000 ਏਕੜ ਤੋਂ ਕਬਜ਼ੇ ਛੁਡਾਏ ਜਾਣ। पर 9030 एकड़ पिछले साल असी जड़ा वो जमीन छड़ा के दिती। पिछले 3-4 दिन ची 469 एकड़ जमीन जी है पंजाब के ਵੱਖ-ਵੱਖ ਥਾਵਾਂ ਤੋਂ ਅਸੀਂ ਇਹ ਛਡਾਈ है, क्योंकि बड़ा सख्त कानून है। कोई सरकारी प्रॉपर्टी दब नहीं सकते। कानून जी चीज़ की इजाजत दिंदा, उस कानून के अनुसार जी सख्त कार्रवाई। 2022 ਵਿੱਚ ਸਰਕਾਰ ਬਣਨ ਤੋਂ ਬਾਅਦ ਹੀ ਮੁੱਖ ਮੰਤਰੀ ਮਾਨ ਐਕਸ਼ਨ ਵਿੱਚ ਨੇ। ਸੱਤਾ ਸੰਭਾਲਦੇ ਹੀ ਮਾਨ ਸਰਕਾਰ ਨੇ ਪੰਚਾਇਤੀ ਜ਼ਮੀਨਾਂ ਤੇ ਨਾਜਾਇਜ਼ ਕਬਜ਼ਿਆਂ ਦੀ ਜਾਂਚ ਕੀਤੀ। ਮੁਹਿੰਮ ਦਾ ਆਗਾਜ਼ ਕੀਤਾ ਗਿਆ ਤੇ ਹਜ਼ਾਰਾਂ ਏਕੜ ਸਰਕਾਰੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਛੁਡਵਾਏ ਗਏ। ਹਾਲਾਂਕਿ ਪੰਜਾਬ ਸਰਕਾਰ ਦੀ ਕਈ ਥਾਵਾਂ ਤੇ ਆਲੋਚਨਾ ਵੀ ਹੋਈ। ਇਸ ਮੁਹਿੰਮ ਦਾ ਕਿਸਾਨਾਂ ਤੇ ਕਈ ਲੋਕਾਂ ਵੱਲੋਂ ਵਿਰੋਧ ਕੀਤਾ ਗਿਆ। ਇਸ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਸਪਸ਼ਟੀਕਰਨ ਵੀ ਦਿੱਤਾ ਕਿ ਕਬਜ਼ੇ ਰਸੂਖਦਾਰਾਂ ਤੋਂ ਛੁਡਵਾਏ ਗਏ ਨੇ, ਆਬਾਦਕਾਰਾਂ ਤੋਂ ਨਹੀਂ। मान सरकार के मुताबिक पिछले साल 9030 एकड़ जमीन छुड़वाई गई है। छुड़वाई गई सरकारी जमीन की कीमत 2709 करोड़ रुपए है। पिछले साल 3396 एकड़ जमीन लोगों ने खुद छड़ दी ते 14 मई तो दूजे गेड़ की हुण शुरुआत हो रही है। सरकार के मुताबिक पिछले 3-4 दिनों में ही 469 एकड़ जमीन छुड़वा दी गई है ते 199 लोगों ने खुद अपनी जमीन छड़ दी है। ਤੇ ਹੁਣ ਸਰਕਾਰ ਦਾ 10 ਜੂਨ ਤੱਕ 6000 ਏਕੜ ਜ਼ਮੀਨ ਖਾਲੀ ਕਰਵਾਉਣ ਦਾ ਟੀਚਾ ਹੈ। 9030 ਕਿੱਲੇ ਜਿਹੜੇ ਅਸੀਂ 9400 ਛਡਾਏ, ਪਰ 400 ਦਾ ਇੱਕ ਸਟੇ ਕੱਲ ਬਸੋ ਆ ਗਏ। 9030 ਕਿੱਲੇ ਬਲੇ ਹੀ ਛਡਾਏ ਪਿਛਲੇ ਸਾਲ ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਦੇ ਹੇਠ। ਦੂਜਾ ਪੜਾਅ ਅਸੀਂ ਸ਼ੁਰੂ ਕੀਤਾ 14 ਮਈ ਨੂੰ, ਕਰਨਾ ਅਸੀਂ ਪਹਿਲੀ ਨੂੰ ਹੀ, ਪਰ ਕਿਉਂਕਿ ਜਲੰਧਰ ਦੀ ਇਲੈਕਸ਼ਨ ਹੀ ਵਿੱਚ, ਉਹਦੇ ਕਰਕੇ ਅਸੀਂ ਮਤਲਬ ਡਿਲੇ ਕਰਤਾ। 14 ਨੂੰ ਅਸੀਂ ਸ਼ੁਰੂ ਕੀਤਾ ਤੇ ਹੁਣ ਤੱਕ ਅਸੀਂ ਅੱਜ ਤੱਕ 469 ਏਕੜ ਜਿਹੜੇ ਛਡਾਏ ਆ। ਔਰ ਇਹ ਅਸੀਂ ਤੈਅ ਕੀਤਾ ਕਿ ਕਰੀਬ ਇਸ ਪੜਾਅ ਦੇ ਵਿੱਚ ਅਸੀਂ 6000 ਏਕੜ ਜ਼ਮੀਨ ਜਿਹੜੀ ਉਹ ਛਡਾਵਾਂਗੇ, ਕਿਉਂਕਿ ਜਿਹੜਾ ਪੇਪਰ ਅਸੀਂ ਕੋਈ ਧੱਕਾ ਨਹੀਂ ਕਰਨਾ, ਕੋਈ ਗੈਰ ਕਾਨੂੰਨੀ ਕੰਮ ਨਹੀਂ ਕਰਨਾ। ਅਸੀਂ ਲੀਗਲੀ ਜੋ ਵੀ ਆ ਉਹ ਮਤਲਬ ਕਰਾਂਗੇ, ਔਰ ਜਿਹੜੀ ਜ਼ਮੀਨ ਦੀ ਕਾਨੂੰਨੀ ਪ੍ਰਕਿਰਿਆ ਪੂਰੀ ਹੋ ਜਾਂਦੀ ਹੈ ਉਹਨੂੰ ਅਸੀਂ ਛਡਾਵਾਂਗੇ। ਔਰ ਜਿਹੜਾ ਬੰਦਾ 31 ਤਰੀਕ ਤੱਕ ਨਹੀਂ ਛੱਡੂਗਾ, ਅੱਜ CM ਸਾਹਿਬ ਨੇ ਵੀ ਟਵੀਟ ਕੀਤਾ ਕਿ ਜਿਹੜਾ ਬੰਦਾ 31 ਮਈ ਤੱਕ ਜ਼ਮੀਨ ਨਹੀਂ ਛੱਡਦਾ, 1 ਜੂਨ ਤੋਂ ਅਸੀਂ ਉਹਦੇ ਖਿਲਾਫ ਕਾਰਵਾਈ ਜਿਹੜੀ ਸ਼ੁਰੂ ਕਰਾਂਗੇ। ਪਹਿਲੇ ਗੇੜ ਵਿੱਚ ਮੁਹਿੰਮ ਦੌਰਾਨ ਸਰਕਾਰ ਨੇ ਅੰਦਾਜ਼ਨ 2709 ਕਰੋੜ ਰੁਪਏ ਦੀ ਜ਼ਮੀਨ ਤੇ ਕਬਜ਼ਾ ਛੁਡਵਾਇਆ ਹੈ। ਇਨਕਮ ਜਿਹੜੀ ਬਾਜ਼ਾਰੀ ਕੀਮਤ ਤੇ ਉਹਦੀ ਬਣਦੀ 2709 ਦੇ ਅੰਦਾਜ਼ਨ ਕਰੋੜ। ਅਸੀਂ ਮਤਲਬ ਇਸ ਐਸਟੀਮੇਟ ਲਾਉਂਦੇ ਆ ਕਿ 30 ਲੱਖ ਰੁਪਇਆ ਪਰ ਏਕੜ। ਇਹ ਅੰਦਾਜ਼ਨ ਹੈ, ਕਈ ਥਾਵਾਂ ਤੇ 2 ਕਿੱਲਾ ਕਰੋੜ ਦਾ ਵੀ ਆ, ਪਰ ਅਸੀਂ ਅੰਦਾਜ਼ਨ ਇਹ ਰੇਟ ਉਦੋਂ ਕੱਢਿਆ ਸੀਗਾ। ਸੋ ਮਤਲਬ ਇਹ ਤੁਸੀਂ ਦੇਖ ਲਓ ਕਿ ਅਸੀਂ ਇੰਨੀ ਪ੍ਰਾਪਰਟੀ 2709 ਕਰੋੜ ਦੀ ਉਹ ਵੀ ਛਡਾਤੀ, ਔਰ ਉਹਨੂੰ ਲੀਜ਼ ਤੇ ਦਿੱਤਾ ਤੇ ਸਾਡਾ 5 ਕਰੋੜ 23 ਲੱਖ ਦਾ ਮਤਲਬ ਜਿਹੜਾ ਉਹ ਵੱਧ ਗਿਆ, ਠੇਕਾ ਵੀ ਵੱਧ ਗਿਆ, ਆਮਦਨ ਵੀ ਵੱਧ ਗਈ ਉਹਦੀ। ਸਮਝਦੇ ਕਿ ਨਹੀਂ ਗੱਲ? ਇੰਨਾ ਆਪਾਂ ਨੂੰ ਸਾਡੇ ਡਿਪਾਰਟਮੈਂਟ ਨੂੰ ਫਾਇਦਾ ਵੀ ਹੋ ਗਿਆ। ਕਿਸ ਤਰੀਕੇ ਦੇ ਨਾਲ ਲੀਜ਼ ਤੇ ਦਿੱਤੀ, ਕੀ ਰੇਟ ਤੇ ਲੀਜ਼ ਤੇ ਦਿੱਤੀ ਗਈ ਹੈ ਜ਼ਮੀਨ? ਰੇਟ ਹਰ ਪਿੰਡ 'ਚ ਵੱਖੋ ਵੱਖਰੀ ਹੁੰਦਾ। ਰੇਟ ਜਿਹੜਾ ਐਰਕਾ ਹੀ ਤੈਅ ਕੀਤਾ ਕਿ ਘੱਟੋ ਘੱਟ ਰੇਟ 15,000 ਰੁਪਇਆ ਹੋਊਗਾ ਜੀ ਪੂਰੇ ਪੰਜਾਬ ਦੇ ਵਿੱਚ। 15,000 ਤੋਂ ਥੱਲੇ ਅਸੀਂ ਜ਼ਮੀਨ ਨਹੀਂ ਦੇਵਾਂਗੇ। ਜਿਹੜੀ ਜ਼ਮੀਨ ਸਾਡੀ ਠੇਕੇ ਤੇ ਨਹੀਂ ਚੜੂਗੀ ਉੱਥੇ ਅਸੀਂ ਜੰਗਲ ਲਾ ਦੇਵਾਂਗੇ। पंचायत मंत्री कुलदीप धालीवाल के मुताबिक 20 ਤੋਂ 25,000 तक जमीन ते हले फिलहाल कब्जा है, जिस ते कोर्ट विच केस चल रहे ने ते जिवें ही एक केस खत्म होणगे सरकार वालों जमीन ते कब्जा कर लिया जाएगा। ते नाल ही पंचायत मंत्री ने यह भी दावा किया कि किसी का घर या फिर किसान का नुकसान नहीं होने दिता जाएगा। ਇਹ ਜ਼ਮੀਨ ਜਿਹੜੀ ਹੈ ਉਹ ਅਸੀਂ 10 ਜੂਨ ਤੱਕ ਹੋਰ ਜਿਹੜੀ ਛਡਾਵਾਂਗੇ। ਬਾਕੀ ਜ਼ਮੀਨ ਵੀ ਜਿਹੜੀ ਹੈ, ਬਾਕੀ ਇਹ ਜ਼ਮੀਨ ਸਾਡੇ ਕੋਲ ਬਹੁਤ ਹੈ, 20-25,000 ਏਕੜ ਹੈ, ਪਰ ਬਹੁਤ ਸਾਰੇ ਕੇਸ ਸੁਪਰੀਮ ਕੋਰਟ ਚੱਲ ਰਹੇ, ਬਹੁਤ ਸਾਰੇ ਕੇਸ ਹਾਈ ਕੋਰਟ ਚੱਲ ਰਹੇ, ਬਹੁਤ ਸਾਰੇ ਕੇਸ ਸਾਡੇ ਮਹਿਕਮੇ ਦੀਆਂ ਕੋਰਟਾਂ 'ਚ ਚੱਲ ਰਹੇ ਲੋਕਾਂ ਦੇ। ਜਿਉਂ ਕੇਸ ਜਿਹੜੇ ਆ, ਜਿਉਂ ਕੇਸਾਂ ਦਾ ਨਿਪਟਾਰਾ ਹੋ ਜਾਂਦਾ, ਜਿਉਂ ਕਾਨੂੰਨ ਸਾਨੂੰ ਆਗਿਆ ਦੇ ਜਾਂਦਾ, ਤਿਉਂ ਅਸੀਂ ਆਪਣੀ ਕਾਰਵਾਈ ਕਰੀ ਜਾਂਦੇ ਹਾਂ। ਇੱਕ ਤਾਂ ਮਤਲਬ ਇਹ ਹੈ ਕਿ ਅਸੀਂ ਕਿਤੇ ਵੀ ਅਸੀਂ ਗੈਰ ਕਾਨੂੰਨੀ ਕੰਮ ਨਹੀਂ ਕਰਾਂਗੇ, ਅਸੀਂ ਆਪਣੇ ਕਾਨੂੰਨ ਅਨੁਸਾਰ ਕਾਰਵਾਈ ਕਰਾਂਗੇ। ਦੂਜੀ ਗੱਲ, ਕਿਸੇ ਦਾ ਘਰ ਨਹੀਂ ਢਾਇਆ ਜਾਊਗਾ, ਕਿਸੇ ਵੀ ਬੰਦੇ ਦਾ, ਚਾਹੇ ਉਹਨੇ ਬਣਾ ਲਿਆ ਕੁਛ ਵੀ ਹੈ। ਕੁਛ ਲੋਕ ਬਿਨਾਂ ਕਿਸੇ ਗੱਲ ਤੋਂ ਪ੍ਰਚਾਰ ਕਰਨ ਲੱਗਦੇ। ਨਾ ਅਸੀਂ ਪਿਛਲੇ ਸਾਲ ਹੀ
ਕਿਸੇ ਦੇ ਬੂਹੇ ਬਾਰੀ ਨੂੰ, ਘਰ ਨੂੰ ਕਿਤੇ ਕਿਸੇ ਹੱਥ ਨਹੀਂ ਲਾਇਆ। ਨਾ ਅਸੀਂ ਐਤਕਾਂ ਹੀ ਲਾਉਣਾ। ਸੀਐਮ ਸਾਹਿਬ ਨਾਲ ਸਾਨੂੰ ਸਪਸ਼ਟ ਨਿਰਦੇਸ਼ ਦੇ ਵੀ ਕਿਸੇ ਗਰੀਬ ਦਾ, ਕਿਸੇ ਕਿਸਾਨ ਦਾ ਕੋਈ ਘਰ ਨਹੀਂ ਢਾਉਣਾ। ਬਸ ਸਭ ਨੂੰ ਬੇਨਤੀ ਕਰਨੀ ਹੈ। ਪੰਚਾਇਤੀ ਜ਼ਮੀਨ ਨਾ ਛੱਡੇ ਜਾਣ ਤੇ ਕਾਨੂੰਨ ਦੇ ਮੁਤਾਬਕ ਕਾਰਵਾਈ ਹੋਵੇਗੀ। ਪੰਚਾਇਤ ਮੰਤਰੀ ਦਾ ਕਹਿਣਾ ਹੈ ਕਿ ਚਾਹੇ ਕੋਈ ਰਸੂਖਦਾਰ ਹੀ ਕਿਉਂ ਨਾ ਹੋਵੇ, ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਏਗਾ। ਕਾਨੂੰਨ ਜਿਹੜਾ ਹਿੰਦੁਸਤਾਨ ਦਾ, ਉਹਦੇ ਵਿੱਚ ਬੜਾ ਸਪਸ਼ਟ ਹੈ ਕਿ ਜਿਹੜਾ ਵੀ ਬੰਦਾ ਸਰਕਾਰੀ ਪ੍ਰਾਪਰਟੀ ਤੇ ਕਬਜ਼ਾ ਕਰਦਾ ਉਹਦੇ ਖਿਲਾਫ ਕਾਨੂੰਨ ਕਿਹੜੀਆਂ ਧਾਰਾ ਦੇ ਤਹਿਤ ਕਹਿੰਦਾ ਉਹ ਕਰਾਂਗੇ। ਆਪਾਂ ਕਾਨੂੰਨ ਸਾਰ ਹੀ ਕਰਾਂਗੇ ਨਾ, ਉੱਦਾਂ ਤਾਂ ਕਰ ਨਹੀਂ ਸਕਦੇ ਆਪਾਂ। ਜੋ ਕਾਨੂੰਨ ਕਹਿੰਦਾ ਹੋਊਗਾ, ਕਾਨੂੰਨ ਦੀ ਸਮੀਖਿਆ ਅਸੀਂ ਕਿਹਾ ਆਪਣੇ ਜਿਹੜੀ ਲੀਗਲ ਟੀਮ ਹੈ ਵੀ ਇਹਦਾ ਸਮੀਖਿਆ ਕਰ ਲਓ ਤੁਸੀਂ। ਉਹਨੂੰ ਅਸੀਂ ਸਮੀਖਿਆ ਕਰਕੇ ਤੇ ਅਸੀਂ ਮਤਲਬ ਜਿਹੜਾ ਜੋ ਕਾਨੂੰਨ ਸਾਰ ਕਾਰਵਾਈ ਬਣਦੀ ਹੋਈ ਉਹ ਹਰ ਬੰਦੇ ਤੇ ਕਰਾਂਗੇ, ਭਾਵੇਂ ਬੰਦਾ ਨਿੱਕਾ ਚਾਹੇ ਵੱਡਾ। ਬੰਦੇ ਦਾ ਕੋਈ ਸਵਾਲ ਨਹੀਂ ਹੈ ਜੀ, ਕਾਨੂੰਨ ਦਾ ਸਵਾਲ ਹੈ। ਬੰਦਾ ਇਸ ਕਰਕੇ ਨਹੀਂ ਬਖਸ਼ਿਆ ਜਾਊਗਾ ਕਿ ਵੱਡਾ ਹੈ ਕਿ ਨਿੱਕਾ ਹੈ ਜੀ। ਬੰਦਾ ਹੀ ਹੈ ਜਿਹਨੇ ਕਬਜ਼ਾ ਕੀਤਾ। ਸਰਕਾਰ ਦਾ ਕਹਿਣਾ ਹੈ ਕਿ ਕਬਜ਼ੇ ਛੁਡਵਾ ਕੇ ਜ਼ਮੀਨਾਂ ਪੰਚਾਇਤ ਨੂੰ ਸੌਂਪ ਦਿੱਤੀਆਂ ਜਾਣਗੀਆਂ, ਜਿਸ ਤੋਂ ਬਾਅਦ ਅੱਗੇ ਜ਼ਮੀਨ ਠੇਕੇ ਤੇ ਦੇ ਕੇ ਖੇਤੀ ਕਰਕੇ ਕਮਾਈ ਕੀਤੀ ਜਾ ਸਕਦੀ ਹੈ। ਚਾਹੇ ਕੋਈ ਹੋਰ ਰਸੂਖਦਾਰ ਹੋਵੇ ਜਾਂ ਫਿਰ ਕੋਈ ਛੋਟਾ ਵਿਅਕਤੀ, ਹਰ ਕਿਸੇ ਤੇ ਕਾਨੂੰਨ ਦੇ ਮੁਤਾਬਕ ਕਾਰਵਾਈ ਕੀਤੀ ਜਾਏਗੀ, ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਏਗਾ। ਇਹ ਦਾਅਵਾ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਕੀਤਾ ਗਿਆ ਹੈ ਤੇ ਉਧਰ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਟਵੀਟ ਦੇ ਜ਼ਰੀਏ ਇਸ ਸਾਫ਼ ਚੇਤਾਵਨੀ ਦਿੱਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਰਸੂਖਦਾਰ 31 ਮਈ ਤੱਕ ਜ਼ਮੀਨਾਂ ਤੇ ਕਬਜ਼ੇ ਛੱਡ ਦੇਣ, ਨਹੀਂ ਤਾਂ ਸਖਤ ਕਾਰਵਾਈ ਹੋਏਗੀ। ਇਸ ਤੋਂ ਪਹਿਲਾਂ ਰਿਪੋਰਟ ਵਿੱਚ ਜਾਣਦੇ ਹਾਂ ਕਿ ਪਿਛਲੇ ਸਾਲ ਜਦੋਂ ਇਹ ਮੁਹਿੰਮ ਚਲਾਈ ਗਈ ਸੀ ਤਾਂ ਉਸ ਦੌਰਾਨ ਕਿਹੜੇ ਰਸੂਖਦਾਰਾਂ ਤੋਂ ਜ਼ਮੀਨਾਂ ਦੇ ਕਬਜ਼ੇ ਛੁਡਾਏ ਗਏ ਸੀ। ਨਵਾਂ ਪਰਚਾ ਪੁਰਾਣਾ ਖਰਚਾ ਤੁਸੀਂ ਦੇਖੀ ਤੇ ਜਾਓ। ਹੁਣ ਸ਼ੁਰੂ ਹੋ ਗਿਆ ਕੰਮ। ਜਾਂ ਵਧੀਆ ਕੋਈ ਹੋਟਲ ਬਣਿਆ ਉਹ ਢਾਵਾਂਗੇ ਕਿਉਂ? ਉਹਨੂੰ ਕਿਰਾਏ ਤੇ ਦਾਂਗੇ ਆਪਾਂ। ਜੋ ਕਾਨੂੰਨ ਸਾਰ ਕਾਰਵਾਈ ਬਣਦੀ ਉਹ ਹਰ ਬੰਦੇ ਤੇ ਕਰਾਂਗੇ, ਭਾਵੇਂ ਬੰਦਾ ਨਿੱਕਾ ਚਾਹੇ ਵੱਡਾ। ਹਾਲੇ ਤਾਂ ਕੰਮ ਸ਼ੁਰੂ ਹੀ ਹੋਇਆ ਹੈ, ਅੱਗੇ ਵੇਖੀ ਜਾਓ ਕੀ ਕੁਝ ਹੁੰਦਾ ਹੈ। ਵਿਅਕਤੀ ਚਾਹੇ ਕੋਈ ਵੱਡਾ ਹੋਵੇ ਜਾਂ ਛੋਟਾ, ਕਾਰਵਾਈ ਸਭ ਤੇ ਹੋਵੇਗੀ, ਕਿਸੇ ਨੂੰ ਨਹੀਂ ਬਖਸ਼ਾਂਗੇ। ਸੀਐਮ ਮਾਨ ਨੇ ਚੇਤਾਵਨੀ ਦਿੱਤੀ ਤਾਂ ਮੰਤਰੀ ਵੀ ਹੁਣ ਸਖਤੀ ਵਿਖਾ ਰਹੇ ਨੇ। ਸਾਫ਼ ਕਹਿ ਰਹੇ ਨੇ ਕਿ ਵਿਅਕਤੀ ਕੋਈ ਰਸੂਖਦਾਰ ਹੋਵੇ ਜਾਂ ਫਿਰ ਛੋਟਾ, ਹਰ ਇੱਕ ਤੇ ਕਾਨੂੰਨ ਮੁਤਾਬਕ ਕਾਰਵਾਈ ਹੋਏਗੀ। ਜਿਹੜੀ ਪਿੰਡਾਂ ਦੇ ਵਿੱਚ ਜ਼ਮੀਨ ਆ, ਉਹਦੇ ਜਿਹੜੇ ਇਲਾਕੇ ਦੇ ਲੀਡਰ ਹੁੰਦੇ ਆ, ਪਿੰਡਾਂ ਦੇ ਸਰਪੰਚ ਹੁੰਦੇ ਆ, ਐਮਐਲਏ ਹੁੰਦੇ ਆ, ਉਹਨਾਂ ਦੀ ਸਰਪ੍ਰਸਤੀ ਹੁੰਦੀ ਹੈ। ਉਹਨਾਂ ਨੂੰ ਸਮਝਦੇ ਕਿ ਨਹੀਂ ਗੱਲ। ਮੇਰਾ ਹਲਕਾ ਹੀ ਨਾਲਾ ਆ, ਰਾਵੀ ਦਰਿਆ ਦੇ ਕੰਢੇ ਕਈ ਕਿਸਮ ਦੀਆਂ ਜ਼ਮੀਨਾਂ, ਤੇ ਜੇ ਮੈਂ ਕਿਸੇ ਨੂੰ ਮਨਾਉਣੀ ਹੋਵੇ ਤੇ ਮੇਰੇ ਸੂਕ ਦਾ ਅਗਲਾ ਕਾਰੀ ਜਾਊ। ਸਮਝਦੇ ਕਿ ਨਹੀਂ ਗੱਲ। ਮੈਂ ਸਮਝਦਾ ਕਿ ਜ਼ਮੀਨ ਕੋਈ ਵੀ ਜਿਹੜੀ ਮੱਲੀ ਜਾਂਦੀ ਹੈ ਉਹ ਚਾਹੇ ਤਾਂ ਪਿੰਡ ਦੇ ਸਰਪੰਚ ਦੀ ਮਰਜ਼ੀ ਤੋਂ ਬਿਨਾਂ ਨਹੀਂ ਦੱਬੀ ਜਾਂਦੀ, ਹਲਕੇ ਦੇ ਐਮਐਲਏ ਤੋਂ ਬਿਨਾਂ ਨਹੀਂ ਦੱਬੀ ਜਾ ਸਕਦੀ। ਜੇ ਐਮਐਲਏ ਗੰਭੀਰ ਹੈ, ਸਿੰਸੀਅਰ ਆਪਣੇ ਹਲਕੇ ਨਾਲ, ਉੱਥੇ ਕੋਈ ਗਲਤ ਕੰਮ ਨਹੀਂ ਹੋ ਸਕਦਾ। ਸੋ ਇਹ ਮਤਲਬ ਜਿਹੜਾ ਸੂਕ ਦਾ ਸ਼ਬਦ ਇਹੀ ਹੈ ਕਿ ਥੱਲੇ ਤੋਂ ਲੈ ਕੇ ਉੱਪਰ ਤੱਕ, ਚਾਹੇ ਕੋਈ ਐਮਐਲਏ ਦਾ, ਮੰਤਰੀ ਦਾ, ਮੁੱਖ ਮੰਤਰੀ ਦਾ, ਕੋਈ ਡਿਪਟੀ ਮੁੱਖ ਮੰਤਰੀ ਦਾ, ਚਾਹੇ ਕੋਈ ਮੌਜੂਦਾ ਵੀ ਹੈ, ਸੁਣ ਲਓ ਕੋਈ ਵੀ ਹੈ ਸਰ, ਸਭ ਲਈ ਇੱਕੋ ਜਿਹਾ ਕਾਨੂੰਨ ਹੈ ਤੇ ਉਹ ਜਿਹਨੇ ਵੀ ਦੱਬੀ ਉਹ ਛੁਡਾ ਦੇਣੀ। ਕੈਬਨਿਟ ਮੰਤਰੀ ਦਾ ਕਹਿਣਾ ਹੈ ਕਿ ਕਾਨੂੰਨ ਸਭ ਦੇ ਲਈ ਇੱਕ ਹੈ। ਖੇਮਕਰਨ ਤੋਂ ਲੈ ਕੇ ਸਿਸਵਾ ਤੱਕ ਇੱਕ ਹੀ ਕਾਨੂੰਨ ਲਾਗੂ ਹੋਏਗਾ। ਇਸ ਬਿਆਨ ਦੇ ਨਾਲ ਹੀ ਕੁਲਦੀਪ ਧਾਲੀਵਾਲ ਨੇ ਸਿਆਸਤਦਾਨਾਂ ਨੂੰ ਵੀ ਖਬਰਦਾਰ ਕਰ ਦਿੱਤਾ ਹੈ। ਜੀ ਤੁਸੀਂ ਦੇਖੀ ਤੇ ਜਾਓ। ਹੁਣ ਸ਼ੁਰੂ ਹੋ ਗਿਆ ਕੰਮ। ਗੁਰੂ ਸਾਹਿਬ ਦਾ ਵੇਖੋ ਤੁਸੀਂ ਅਜੇ ਤੁਹਾਨੂੰ ਪਿੰਡ ਹੀ ਦਿਖਾਏ। ਹੁਣ ਐਸਾ ਸਵਾਲ ਕਰੀਏ ਪਹਾੜੀਆਂ ਦਿਖਾਵਾਂਗੇ, ਤੁਸੀਂ ਵੇਖੀ ਜਾਓ। ਐਡਾ ਵਧੀਆ ਕੋਈ ਹੋਟਲ ਬਣਿਆ ਉਹ ਢਾਵਾਂਗੇ ਕਿਉਂ? ਉਹਨੂੰ ਕਿਰਾਏ ਤੇ ਦਾਂਗੇ ਆਪਾਂ। ਏਰੀਏ ਦਾ ਕੋਈ ਸਵਾਲ ਨਹੀਂ। ਕਾਨੂੰਨ ਸਭ ਲਈ ਇੱਕੋ ਜਿਹਾ। ਕਾਨੂੰਨ ਉੱਪਰ ਹੈ, ਪੰਜਾਬ ਉੱਪਰ ਹੈ। ਪੰਜਾਬ ਦੀ ਲੜਾਈ ਲੜ ਰਹੇ ਸਰ। ਕਿਹਦਾ ਏਰੀਆ? ਉਹਨਾਂ ਖਰੀਦਿਆ ਥੋੜਾ ਸਿਸਵਾਂ ਤੋਂ, ਉਹਨਾਂ ਦੀ ਰਾਜਧਾਨੀ ਹੈ ਵੀ ਉੱਥੇ ਕੋਈ ਕਾਨੂੰਨ ਨਹੀਂ ਲਾਗੂ ਹੁੰਦਾ। ਹਰ ਥਾਂ ਤੇ ਕਾਨੂੰਨ ਲਾਗੂ ਹੋਊਗਾ ਜੀ। ਪਿੰਡ ਤੋਂ ਲੈ ਕੇ ਹਰ ਥਾਂ ਤੇ, ਖੇਮਕਰਨ ਬਾਰਡਰ ਤੇ ਆ, ਉੱਥੋਂ ਲੈ ਕੇ ਸਿਸਵਾਂ ਤੱਕ, ਸਮਝਦੇ ਕਿ ਨਹੀਂ ਗੱਲ? ਉੱਥੋਂ ਲੈ ਕੇ ਚੰਡੀਗੜ੍ਹ ਦੇ ਆਲੇ ਦੁਆਲੇ ਤੱਕ, ਹਰ ਪਹਾੜ ਤੇ, ਹਰ ਥਾਂ ਤੇ ਕਾਰਵਾਈ ਕਰਾਂਗੇ। ਕਿਉਂ ਨਹੀਂ ਕਰਾਂਗੇ ਸਰ? ਸਾਡੇ ਲਈ ਸਭ ਬਰਾਬਰ ਨੇ ਜੀ। ਭਗਵੰਤ ਮਾਨ ਦੀ ਸਰਕਾਰ ਹੈ ਸਰ। ਕਿਸੇ ਨਾਲ ਵਿਤਕਰਾ ਨਹੀਂ ਕਰਦੀ, ਕਿਸੇ ਨਾਲ ਧੱਕਾ ਨਹੀਂ ਕਰਦੀ, ਕਿਸੇ ਨਾਲ ਬਦਲਾਖੋਰੀ ਨਹੀਂ ਕਰਦੀ। ਕਾਨੂੰਨ ਸਭ ਲਈ ਇੱਕੋ ਜਿਹਾ ਹੀ ਲਾਗੂ ਕਰਾਂਗੇ, ਭਾਵੇਂ ਜੋ ਮਰਜ਼ੀ। ਪਿਛਲੇ ਸਾਲ ਮੁਹਿੰਮ ਦੇ ਪਹਿਲੇ ਗੇੜ ਵਿੱਚ ਸਰਕਾਰ ਦੇ ਮੁਤਾਬਕ 9000 ਏਕੜ ਤੋਂ ਵੱਧ ਜ਼ਮੀਨ ਤੋਂ ਕਬਜ਼ਾ ਛੁਡਵਾਇਆ ਗਿਆ ਸੀ, ਜਿਨ੍ਹਾਂ ਵਿੱਚ ਕਈ ਰਸੂਖਦਾਰਾਂ ਦੀ ਜ਼ਮੀਨ ਵੀ ਸੀ। ਮੁੱਖ ਮੰਤਰੀ ਭਗਵੰਤ ਮਾਨ ਖੁਦ ਨਜਾਇਜ਼ ਕਬਜ਼ਾ ਛੁਡਵਾਉਣ ਪਹੁੰਚੇ ਸੀ। ਸ਼ਿਵਾਲਿਕ ਦੀਆਂ ਪਹਾੜੀਆਂ ਨੇੜੇ ਮੁੱਲਾਂਪੁਰ ਦੀ ਛੋਟੀ ਬੜੀ ਨਗਲ ਵਿੱਚ 2828 ਏਕੜ ਜ਼ਮੀਨ ਤੋਂ ਕਬਜ਼ਾ ਛੁਡਵਾਇਆ ਗਿਆ ਸੀ। ਮੁੱਲਾਂਪੁਰ ਵਿੱਚ 2828 ਏਕੜ ਪੰਚਾਇਤੀ ਜ਼ਮੀਨ ਤੋਂ ਕਬਜ਼ਾ ਛੁਡਵਾਇਆ ਗਿਆ ਸੀ। ਕੁੱਲ 16 ਲੋਕਾਂ ਤੋਂ ਪੰਚਾਇਤੀ ਜ਼ਮੀਨ ਦਾ ਇਹ ਕਬਜ਼ਾ ਛੁਡਵਾਇਆ ਗਿਆ ਸੀ, ਜਿਨ੍ਹਾਂ ਵਿੱਚੋਂ 250 ਏਕੜ ਮੈਦਾਨੀ ਜ਼ਮੀਨ ਸੀ ਤੇ 2578 ਏਕੜ ਪਹਾੜੀ ਜ਼ਮੀਨ ਸੀ ਤੇ ਜ਼ਮੀਨ ਤੇ 50 ਕਰੋੜ ਰੁਪਏ ਦੀ ਕੀਮਤ ਦੀ ਖੈਰ ਲੱਕੜ ਵੀ ਮੌਜੂਦ ਸੀ।
ਮੁੱਖ ਮੰਤਰੀ ਮਾਨ ਨੇ ਦਾਅਵਾ ਕੀਤਾ ਸੀ ਕਿ ਸਰਕਾਰ ਜ਼ਮੀਨ ਰਸੂਖਦਾਰਾਂ ਤੋਂ ਛੁਡਵਾ ਰਹੀ ਹੈ, ਆਬਾਦਕਾਰਾਂ ਤੋਂ ਨਹੀਂ। ਤੇ ਜਿਨ੍ਹਾਂ ਰਸੂਖਦਾਰਾਂ ਤੋਂ ਜ਼ਮੀਨ ਛੁਡਵਾਈ ਗਈ ਸੀ ਉਹਨਾਂ ਵਿੱਚੋਂ ਫੌਜਾ ਸਿੰਘ ਜੋ ਕਿ ਇਨਫਰਾਸਟ੍ਰਕਚਰ ਨੇ, ਉਹਨਾਂ ਤੋਂ 1100 ਏਕੜ ਜ਼ਮੀਨ ਛੁਡਵਾਈ ਗਈ ਸੀ। ਨਾਨਕੀ ਕੌਰ ਜੋ ਕਿ ਸੰਗਰੂਰ ਤੋਂ ਸਾਂਸਦ ਸਿਮਰਨਜੀਤ ਸਿੰਘ ਮਾਨ ਦੀ ਧੀ ਨੇ, ਉਹਨਾਂ ਤੋਂ 28 ਏਕੜ ਜ਼ਮੀਨ ਛੁਡਾਈ ਗਈ। ਇਮਾਨ ਸਿੰਘ ਜੋ ਕਿ ਸਾਂਸਦ ਸਿਮਰਨਜੀਤ ਸਿੰਘ ਮਾਨ ਦੇ ਪੁੱਤਰ ਨੇ, ਉਹਨਾਂ ਤੋਂ 1.25 ਏਕੜ ਜ਼ਮੀਨ ਛੁਡਾਈ ਗਈ। ਇਸ ਤੋਂ ਇਲਾਵਾ ਹਰਮਨਦੀਪ ਸਿੰਘ ਜੋ ਕਿ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਪੁੱਤਰ ਨੇ, ਉਹਨਾਂ ਤੋਂ ਵੀ 5 ਏਕੜ ਜ਼ਮੀਨ ਛੁਡਵਾਈ ਗਈ। ਅਤੇ ਹੁਣ ਇੱਕ ਵਾਰ ਫਿਰ ਤੋਂ ਮੁੱਖ ਮੰਤਰੀ ਨੇ ਪਹਿਲਾਂ ਹੀ ਰਸੂਖਦਾਰਾਂ ਨੂੰ ਖਬਰਦਾਰ ਕਰ ਦਿੱਤਾ ਹੈ ਕਿ 31 ਮਈ ਤੱਕ ਕਬਜ਼ੇ ਛੱਡ ਦੇਣ, ਨਹੀਂ ਤਾਂ ਕਾਰਵਾਈ ਦੇ ਲਈ ਤਿਆਰ ਰਹਿਣ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰਸੂਖਦਾਰਾਂ ਤੇ ਸਖਤ ਕਾਰਵਾਈ ਕਰਨ ਦੀ ਚੇਤਾਵਨੀ ਦਿੱਤੀ ਗਈ ਤੇ ਉਸ ਤੋਂ ਬਾਅਦ ਹੁਣ ਵਿਰੋਧੀ ਮਾਨ ਸਰਕਾਰ ਦੇ ਦਿਵਾਲੇ ਹੋ ਗਏ ਨੇ। ਵਿਰੋਧੀਆਂ ਵੱਲੋਂ ਇਸ ਫੈਸਲੇ ਤੇ ਸਵਾਲ ਖੜੇ ਕੀਤੇ ਜਾ ਰਹੇ ਨੇ। ਕਾਂਗਰਸ ਦਾ ਕਹਿਣਾ ਹੈ ਕਿ ਪਹਿਲਾਂ ਉਹਨਾਂ ਰਸੂਖਦਾਰਾਂ ਦੇ ਨਾਮ ਜਨਤਕ ਕੀਤੇ ਜਾਣ ਜਿਨ੍ਹਾਂ ਨੇ ਨਜਾਇਜ਼ ਜ਼ਮੀਨਾਂ ਤੇ ਕਬਜ਼ੇ ਕੀਤੇ ਹੋਏ ਨੇ, ਤੇ ਉਧਰ ਅਕਾਲੀ ਦਲ ਦਾ ਕਹਿਣਾ ਹੈ ਕਿ ਇਸ ਸਰਕਾਰ ਦਾ ਇੱਕ ਪੋਲੀਟੀਕਲ ਸਟੰਟ ਹੈ। ਤੁਸੀਂ ਡਰਾਮੇ ਕਰਦੇ ਹੋ, ਤੁਹਾਡਾ ਮਕਸਦ ਕੋਈ ਜ਼ਮੀਨਾਂ ਛਡਾਉਣਾ ਨਹੀਂ ਹੈ, ਤੁਹਾਡਾ ਮਕਸਦ ਇੱਕ ਦਿਨ ਦੀ ਪਬਲਿਸਿਟੀ ਲੈਣਾ, ਸਿਰਫ ਦਿਹਾੜੀ ਕੱਢਣੀ ਹੁੰਦੀ ਹੈ। ਹੁਣ ਫੇਰ ਹੋ ਗਿਆ ਵੀ 4 ਕੁ ਮਹੀਨੇ ਹੋ ਗਏ, ਲੋਕਾਂ ਨੂੰ ਭੁੱਲ ਗਿਆ ਹੋਣਾ, ਹੁਣ ਫੇਰ ਸ਼ੁਰੂ ਕਰ ਦਿਓ। ਕਿ ਸਭ ਤੋਂ ਪਹਿਲਾਂ ਤਾਂ ਜਨਤਕ ਕਰੋ ਜਿਹੜੀ ਤੁਹਾਡੇ ਕੋਲ ਜਾਣਕਾਰੀ ਹੈ, ਕਿਹੜੀਆਂ ਜ਼ਮੀਨਾਂ ਜਿਹੜੀਆਂ ਨੇ ਲੋਕਾਂ ਨੇ ਦੱਬੀਆਂ ਹੋਈਆਂ। ਮੰਤਰੀ ਜੀ ਜਾਂ ਤਾਂ ਇਹਦੇ ਤੇ ਪਿਕ ਐਂਡ ਚੂਜ਼ ਨਾ ਹੋਵੇ, ਜ਼ੀਰੋ ਟੋਲਰੈਂਸ ਤੇ ਗੱਲ ਹੋਵੇ, ਜਿਸ ਤਰ੍ਹਾਂ ਯੋਗੀ ਸਰਕਾਰ ਕਰਦੀ ਹੈ ਉਸ ਤਰ੍ਹਾਂ ਦਾ ਕੰਮ ਹੋਵੇ। ਮਾਨ ਸਰਕਾਰ ਐਕਸ਼ਨ ਵਿੱਚ ਆਈ, ਜ਼ਮੀਨਾਂ ਤੋਂ ਕਬਜ਼ੇ ਛੁਡਵਾਉਣ ਦੇ ਲਈ ਰਸੂਖਦਾਰਾਂ ਨੂੰ ਖਬਰਦਾਰ ਕੀਤਾ ਤਾਂ ਵਿਰੋਧੀ ਹੁਣ ਮਾਨ ਸਰਕਾਰ ਦੇ ਦਿਵਾਲੇ ਹੋ ਗਏ ਨੇ। ਅਕਾਲੀ ਦਲ ਜਿੱਥੇ ਇਸ ਫੈਸਲੇ ਨੂੰ ਪਬਲਿਸਿਟੀ ਦੇ ਲਈ ਸਰਕਾਰ ਦਾ ਡਰਾਮਾ ਦੱਸ ਰਹੀ ਹੈ, ਤੇ ਉਧਰ ਕਾਂਗਰਸ ਦਾ ਕਹਿਣਾ ਹੈ ਕਿ ਪਹਿਲਾਂ ਨਜਾਇਜ਼ ਕਬਜ਼ੇ ਕਰਨ ਵਾਲਿਆਂ ਦੇ ਸਰਕਾਰ ਨਾਮ ਜਨਤਾ ਕਰੇ। ਕੋਈ ਵੀ ਸਰਕਾਰ ਹੋਵੇ, ਉਹਦੀ ਡਿਊਟੀ ਬਣਦੀ ਹੈ ਕਿ ਸਰਕਾਰੀ ਪ੍ਰਾਪਰਟੀ ਦੀ ਰਾਖੀ ਕਰੇ। ਜੇ ਕਿਤੇ ਨਜਾਇਜ਼ ਕਬਜ਼ਾ ਹੋਇਆ ਉਹਨੂੰ ਛੁਡਾ ਕੇ ਦੁਬਾਰਾ ਰਿਸਟੋਰ ਕਰੇ। ਮੈਨੂੰ ਨਹੀਂ ਸਮਝ ਲੱਗਦੀ ਕਿ ਆਹ ਰੋਜ਼ ਸਨਸਨੀਖੇਜ਼ ਖਬਰਾਂ ਬਣਾ ਕੇ ਸਰਕਾਰ ਕਿਹਦੇ ਤੇ ਆਸਾਨ ਕਰਨਾ ਚਾਹੁੰਦੀ ਹੈ। ਤੁਹਾਡੀ ਇਹ ਡਿਊਟੀ ਹੈ, ਪਰ ਇਹ ਜ਼ਰੂਰ ਹੈ ਕਿ ਜਿਸ ਤਰੀਕੇ ਤੁਸੀਂ ਡਰਾਮੇ ਕਰਦੇ ਹੋ, ਤੁਹਾਡਾ ਮਕਸਦ ਕੋਈ ਜ਼ਮੀਨਾਂ ਛਡਾਉਣਾ ਨਹੀਂ ਹੈ, ਤੁਹਾਡਾ ਮਕਸਦ ਇੱਕ ਦਿਨ ਦੀ ਪਬਲਿਸਿਟੀ ਲੈਣਾ। ਕਿੰਨੇ 45 ਕਰੋੜ ਰੁਪਏ ਜਿਹੜੇ ਆ ਘਰਾਂ ਦੇ ਉੱਤੇ ਖਰਚੇ ਹੋ ਰਹੇ ਆ, ਤੇ ਹੁਣ ਇੱਥੇ ਦੇ ਸਾਰੇ ਪੰਜਾਬ ਦੀਆਂ ਜ਼ਮੀਨਾਂ ਛਡਾ ਕੇ 45 ਕਰੋੜ ਨਹੀਂ ਬਣਦਾ ਹੋਣਾ ਜਿਹੜਾ ਇਕੱਲਾ ਕੇਜਰੀਵਾਲ ਖਰਚ ਗਿਆ। ਤੇ ਕਿਸ ਮੂੰਹ ਨਾਲ ਤੁਸੀਂ ਹੁਣ ਲੋਕਾਂ ਨੂੰ ਕਹੋਗੇ? ਅਸੀਂ ਤਾਂ ਕਹਿੰਦੇ ਹਾਂ ਜਿੱਥੇ ਨਜਾਇਜ਼ ਕਬਜ਼ੇ ਉਹ ਵੀ ਛਡਾਓ, ਜਿਹੜੇ ਆ ਕਰਪਸ਼ਨ 'ਚ ਐਕਸਾਈਜ਼ ਪਾਲਿਸੀ 'ਚ ਪੈਸੇ ਜਿਹਦੇ ਕੋਲ ਆ ਉਹ ਵੀ ਲਿਆ ਕੇ ਖਜ਼ਾਨੇ 'ਚ ਜਮ੍ਹਾਂ ਕਰਾਓ। ਸਾਹਿਬ ਨੂੰ ਕਿ ਸਭ ਤੋਂ ਪਹਿਲਾਂ ਜਨਤਕ ਕੀਤਾ ਜਾਵੇ ਜਿਹੜੀ ਉਹਨਾਂ ਦੇ ਕੋਲ ਜਾਣਕਾਰੀ ਹੈ ਕਿ ਉਹਨਾਂ ਨੇ ਕਿਹੜੀ ਜਾਣਕਾਰੀ ਇਕੱਠੀ ਕੀਤੀ, ਕਿਹੜੀਆਂ ਜ਼ਮੀਨਾਂ ਪੰਚਾਇਤਾਂ ਦੀਆਂ ਜਾਂ ਜਿਹੜੀਆਂ ਜ਼ਮੀਨਾਂ ਆਮ ਲੋਕਾਂ ਨੇ ਜਾਂ ਕਿਸੇ ਰਸੂਖਦਾਰਾਂ ਨੇ ਜਿਹਦੀ ਗੱਲ ਉਹਨਾਂ ਨੇ ਕਹੀ ਹੈ, ਕਿਹੜੀਆਂ ਜ਼ਮੀਨਾਂ ਉਹ ਦੱਬੀਆਂ ਹੋਈਆਂ ਨੇ। ਪਹਿਲਾਂ ਉਹਨਾਂ ਨੂੰ ਜਨਤਕ ਕਰਨ, ਉਹਨਾਂ ਦੇ ਨਾਮ ਜਿਹੜੇ ਆ ਉਹ ਜਨਤਕ ਕਰਨ। ਐਵੇਂ ਕਿਸੇ ਨੂੰ ਕਹਿ ਦੇਣਾ ਕਿ ਰਸੂਖਦਾਰਾਂ ਲੋਕਾਂ ਨੇ ਜਿਹੜੀਆਂ ਜ਼ਮੀਨਾਂ ਨੱਪੀਆਂ ਨੇ ਉਹ ਇੰਨੀ ਤਰੀਕ ਤੱਕ ਖਾਲੀ ਕਰਵਾ ਦਿੱਤੀਆਂ ਜਾਣ, ਇਹ ਠੀਕ ਹੈ ਕਿ ਇਹ CM ਸਾਹਿਬ ਦੀ ਡਿਊਟੀ ਹੈ, ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਅਗਰ ਜ਼ਮੀਨਾਂ ਦੇ ਉੱਤੇ ਕੋਈ ਕਬਜ਼ਾ ਹੈ ਤਾਂ ਉਹ ਛਡਵਾਇਆ ਜਾਣਾ ਚਾਹੀਦਾ, ਪਰ ਪਹਿਲਾਂ ਇਹ ਜਨਤਕ ਕਰਨ ਕਿ ਉਹ ਕਿਹੜੀਆਂ ਜ਼ਮੀਨਾਂ। ਹਾਲਾਂਕਿ ਬੀਜੇਪੀ ਨੇ ਸਰਕਾਰ ਦੀ ਇਸ ਮੁਹਿੰਮ ਦਾ ਸਵਾਗਤ ਕੀਤਾ ਹੈ, ਪਰ ਨਾਲ ਹੀ ਨਸੀਹਤ ਦਿੱਤੀ ਹੈ ਕਿ ਪਿਕ ਐਂਡ ਚੂਜ਼ ਤੇ ਨਹੀਂ, ਜ਼ੀਰੋ ਟੋਲਰੈਂਸ ਤੇ ਕੰਮ ਹੋਵੇ। ਪੰਜਾਬ ਦੇ ਅੰਦਰ ਉਹਨਾਂ ਨੂੰ ਖਾਲੀ ਕਰਾਉਣ ਦੀ ਗੱਲ ਕੀਤੀ ਆ, ਬਹੁਤ ਸਵਾਗਤਯੋਗ ਗੱਲ ਆ। ਤੇ ਇਹ ਅੱਜ 1 ਸਾਲ 4 ਮਹੀਨੇ ਹੋ ਗਏ, ਉਸ ਵੇਲੇ ਦਾ ਖਾਲੀ ਕਰਾਉਣਾ ਚਾਹੀਦਾ। ਨਜਾਇਜ਼ ਕਬਜ਼ੇ ਕਿਉਂ ਆ ਪਹਿਲਾਂ ਦੇ, ਔਰ ਇਹ ਕਬਜ਼ੇ ਕਾਂਗਰਸ ਦੇ ਟਾਈਮ 'ਚ ਹੋਏ, ਇਹ ਕਬਜ਼ੇ ਅਕਾਲੀ ਦਲ ਦੇ ਟਾਈਮ 'ਚ ਹੋਏ, ਔਰ ਇਹ ਕਬਜ਼ੇ ਅੱਜ ਵੀ ਜਾਰੀ ਨੇ। ਤੇ ਇਸ ਕਰਕੇ ਮੁੱਖ ਮੰਤਰੀ ਜੀ ਜਾਂ ਤਾਂ ਇਹਦੇ ਤੇ ਪਿਕ ਐਂਡ ਚੂਜ਼ ਨਾ ਹੋਵੇ, ਜ਼ੀਰੋ ਟੋਲਰੈਂਸ ਤੇ ਗੱਲ ਹੋਵੇ, ਜਿਸ ਤਰ੍ਹਾਂ ਯੋਗੀ ਸਰਕਾਰ ਕਰਦੀ ਹੈ ਉਸ ਤਰ੍ਹਾਂ ਦਾ ਕੰਮ ਹੋਵੇ। ਤੁਹਾਡਾ ਅਸੀਂ ਸਵਾਗਤ ਕਰਾਂਗੇ ਔਰ ਇਹਦੇ ਨਾਲ ਪੰਜਾਬ ਦਾ ਵੀ ਭਲਾ ਹੋਏਗਾ, ਜਿਹੜਾ ਲੈਂਡ ਮਾਫੀਆ ਉਸ ਤੋਂ ਵੀ ਛੁਟਕਾਰਾ ਹੋਏਗਾ, ਔਰ ਜਿਹੜਾ ਕਰੋੜਾਂ ਅਰਬਾਂ ਦਾ ਚੂਨਾ ਪੰਜਾਬ ਨੂੰ ਲੱਗ ਰਿਹਾ ਉਹ ਵੀ ਗਲਤ ਆ। ਤੇ ਇਹਦੇ ਲਈ ਤੁਹਾਡਾ ਅਸੀਂ ਸਵਾਗਤ। ਵੈਸੇ ਸਰਕਾਰ ਇਸ ਤੋਂ ਪਹਿਲਾਂ ਪਹਿਲੇ ਗੇੜ ਦੇ ਦੌਰਾਨ ਵਿਰੋਧ ਵੀ ਝੇਲ ਚੁੱਕੀ ਹੈ। ਕਿਸਾਨਾਂ ਤੇ ਕਈ ਲੋਕਾਂ ਵੱਲੋਂ ਇਸ ਤੇ ਇਤਰਾਜ਼ ਜ਼ਾਹਰ ਕੀਤਾ ਗਿਆ ਸੀ, ਪਰ ਸਰਕਾਰ ਹੁਣ ਇੱਕ ਵਾਰ ਫਿਰ ਤੋਂ ਐਕਸ਼ਨ ਵਿੱਚ ਹੈ ਤੇ 1 ਜੂਨ ਤੋਂ ਨਜਾਇਜ਼ ਕਬਜ਼ਾ ਛੁਡਾਉਣ ਦੀ ਮੁਹਿੰਮ ਮੁੜ ਤੋਂ ਸ਼ੁਰੂ ਕੀਤੀ ਜਾ ਰਹੀ ਹੈ। ਸਤਿ ਸ਼੍ਰੀ ਅਕਾਲ, ਸਾਂਝਾ ਸਪੈਸ਼ਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਤੇਜਿੰਦਰ ਕੌਰ।
ਐਕਸ਼ਨ ਵਿੱਚ ਮਾਨ ਸਰਕਾਰ ਰਸੂਖਦਾਰ ਹੋ ਜਾਣ ਖਬਰਦਾਰ। ਅਜਿਹਾ ਇਸ ਲਈ ਇੱਕ ਵਾਰ ਫਿਰ ਤੋਂ ਕਿਉਂਕਿ ਮਾਨ ਸਰਕਾਰ ਐਕਸ਼ਨ ਵਿੱਚ ਹੈ। ਸਰਕਾਰੀ ਜ਼ਮੀਨਾਂ ਤੇ ਨਜਾਇਜ਼ ਕਬਜ਼ੇ ਛੁਡਾਉਣ ਦੇ ਲਈ ਮਾਨ ਸਰਕਾਰ ਵੱਲੋਂ ਇੱਕ ਵਾਰ ਫਿਰ ਤੋਂ 1 ਜੂਨ ਤੋਂ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ ਤੇ ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰਸੂਖਦਾਰਾਂ ਨੂੰ ਸਾਫ਼ ਚੇਤਾਵਨੀ ਦਿੱਤੀ ਗਈ ਹੈ ਕਿ 31 ਮਈ ਤੱਕ ਉਹ ਜ਼ਮੀਨਾਂ ਤੇ ਕਬਜ਼ੇ ਛੱਡ ਦੇਣ, ਨਹੀਂ ਤਾਂ 1 ਜੂਨ ਤੋਂ ਬਾਅਦ ਸਖਤ ਕਾਰਵਾਈ ਕੀਤੀ ਜਾਏਗੀ। ਕਿ 31 ਮਈ ਤੱਕ ਜਿਹੜਾ ਵੀ ਬੰਦਾ ਆਪਣੇ ਆਪ ਜ਼ਮੀਨ ਜਿਹੜੀ ਛੱਡ ਦੂਗਾ ਉਹਦੇ ਤੇ ਅਸੀਂ ਕੋਈ ਕਾਨੂੰਨੀ ਕਾਰਵਾਈ ਨਹੀਂ ਕਰਾਂਗੇ। ਜਿਹੜਾ ਨਹੀਂ ਛੱਡੂਗਾ 1 ਜੂਨ ਤੋਂ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ 'ਚ ਇਹ ਜ਼ਮੀਨਾਂ ਜਿਹੜੀਆਂ ਅਸੀਂ ਛਡਾ ਰਹੇ ਹਾਂ ਅਸੀਂ ਸਖਤ ਕਾਨੂੰਨੀ ਕਾਰਵਾਈ ਕਰਨ ਲਈ ਜਿਹੜਾ ਮਜਬੂਰ ਹੋਵਾਂਗੇ। ਕਾਨੂੰਨ ਜਿਹੜੀ ਚੀਜ਼ ਦੀ ਇਜਾਜ਼ਤ ਦਿੰਦਾ ਉਸ ਕਾਨੂੰਨ ਦੇ ਅਨੁਸਾਰ ਜਿਹੜੀ ਆ ਸਖਤ ਕਾਰਵਾਈ ਕਰਾਂਗੇ। ਐਕਸ਼ਨ ਵਿੱਚ ਸਰਕਾਰ ਰਸੂਖਦਾਰ ਹੋ ਜਾਣ ਹੁਸ਼ਿਆਰ। ਸਰਕਾਰੀ ਜ਼ਮੀਨਾਂ ਤੇ ਨਜਾਇਜ਼ ਕਬਜ਼ੇ ਛੁਡਵਾਉਣ ਦੇ ਲਈ ਇੱਕ ਵਾਰ ਫਿਰ ਤੋਂ ਮਾਨ ਸਰਕਾਰ ਐਕਸ਼ਨ ਵਿੱਚ ਹੈ ਤੇ ਇਸ ਵਾਰ ਸਰਕਾਰ ਦੇ ਨਿਸ਼ਾਨੇ ਤੇ ਨੇ ਰਸੂਖਦਾਰ। ਸਰਕਾਰ 1 ਜੂਨ ਤੋਂ ਨਜਾਇਜ਼ ਕਬਜ਼ੇ ਛੁਡਵਾਉਣ ਦੀ ਮੁਹਿੰਮ ਫਿਰ ਤੋਂ ਸ਼ੁਰੂ ਕਰ ਰਹੀ ਹੈ, ਜਿਸ ਤੋਂ ਪਹਿਲਾਂ ਮੁੱਖ ਮੰਤਰੀ ਮਾਨ ਨੇ ਸਰਕਾਰੀ ਜ਼ਮੀਨਾਂ ਦੱਬੀ ਬੈਠੇ ਰਸੂਖਦਾਰਾਂ ਨੂੰ ਸਿੱਧੀ ਚੇਤਾਵਨੀ ਦਿੱਤੀ ਹੈ ਕਿ ਉਹ 31 ਮਈ ਤੱਕ ਆਪਣੇ ਕਬਜ਼ੇ ਛੱਡ ਦੇਣ, ਨਹੀਂ ਤਾਂ ਉਸ ਤੋਂ ਬਾਅਦ ਕਾਰਵਾਈ ਹੋਵੇਗੀ। ਜਿਹੜੇ ਰਸੂਖਦਾਰ ਲੋਕਾਂ ਨੇ ਪੰਜਾਬ ਵਿੱਚ ਪੰਚਾਇਤੀ, ਸ਼ਾਮਲਾਟ, ਜੰਗਲਾਤ ਵਿਭਾਗ ਜਾਂ ਕੋਈ ਹੋਰ ਸਰਕਾਰੀ ਜ਼ਮੀਨਾਂ ਤੇ ਨਾਜਾਇਜ਼ ਕਬਜ਼ੇ ਕੀਤੇ ਹੋਏ ਨੇ, ਉਹਨਾਂ ਨੂੰ ਅਪੀਲ ਹੈ ਕਿ 31 ਮਈ ਤੱਕ ਆਪਣੇ ਕਬਜ਼ੇ ਛੱਡ ਦੇਣ, ਕਿਉਂਕਿ ਪੰਜਾਬ ਸਰਕਾਰ ਵੱਲੋਂ 1 ਜੂਨ ਤੋਂ ਸਖਤ ਕਾਨੂੰਨੀ ਕਾਰਵਾਈ ਕਰਕੇ ਨਾਜਾਇਜ਼ ਕਬਜ਼ੇ ਛੁਡਵਾਉਣ ਦੀ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਕਿ 31 ਮਈ ਤੱਕ ਜਿਹੜਾ ਵੀ ਬੰਦਾ ਆਪਣੇ ਆਪ ਜ਼ਮੀਨ ਜਿਹੜੀ ਛੱਡ ਦੂਗਾ ਉਹਦੇ ਤੇ ਅਸੀਂ ਕੋਈ ਕਾਨੂੰਨੀ ਕਾਰਵਾਈ ਨਹੀਂ ਕਰਾਂਗੇ, ਕਿਉਂਕਿ ਕਈ ਲੋਕਾਂ ਕੋਲ ਇਹ ਜ਼ਮੀਨ ਦੱਬੀ ਨੂੰ 30 ਸਾਲ ਹੋ ਗਏ, 20 ਸਾਲ ਹੋ ਗਏ, 10 ਸਾਲ ਹੋ ਗਏ ਆ ਤੇ ਅਸੀਂ ਪਿਛਲੇ ਸਾਲ ਵੀ ਕਿਹਾ, ਅੱਜ ਵੀ ਇਹ ਬੇਨਤੀ ਕਰਨ ਲੱਗੇ ਹਾਂ ਕਿ ਮੇਰੇ ਭਰਾਓ 31 ਤਰੀਕ ਤੱਕ ਜਿਹਦੇ ਕੋਲ ਜ਼ਮੀਨ ਆ ਆਪਣੇ ਆਪ ਛੱਡ ਦਿਓ। ਜਿਹੜਾ ਨਹੀਂ ਛੱਡੂਗਾ 1 ਜੂਨ ਤੋਂ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ 'ਚ ਇਹ ਜ਼ਮੀਨਾਂ ਜਿਹੜੀਆਂ ਅਸੀਂ ਛਡਾ ਰਹੇ ਹਾਂ ਅਸੀਂ ਸਖਤ ਕਾਨੂੰਨੀ ਕਾਰਵਾਈ ਕਰਨ ਲਈ ਜਿਹੜਾ ਮਜਬੂਰ ਹੋਵਾਂਗੇ। ਅਸੀਂ ਜ਼ਮੀਨ ਹਰ ਹਾਲਤ ਛਡਾਉਣੀ ਆ, ਭਾਵੇਂ 2 ਮਰਲੇ ਆ, 4 ਮਰਲੇ ਆ, ਕਿਤੇ ਕਨਾਲ ਆ, ਕਿਤੇ ਜਿਹੜੀ 10 ਕਿੱਲੇ ਆ, 20 ਏਕੜ ਆ, ਕਈਆਂ ਥਾਵਾਂ ਤੇ 100 ਏਕੜ ਆ। ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਮੁਤਾਬਕ 14 ਮਈ ਤੋਂ ਦੂਜੇ ਗੇੜ ਦੀ ਸ਼ੁਰੂਆਤ ਹੋ ਗਈ ਹੈ ਅਤੇ 3-4 ਦਿਨਾਂ ਵਿੱਚ ਹੀ 469 ਏਕੜ ਜ਼ਮੀਨ ਛਡਵਾਈ ਗਈ ਹੈ। ਪੰਚਾਇਤ ਮੰਤਰੀ ਨੇ ਇਹ ਵੀ ਦੱਸਿਆ ਕਿ 199 ਲੋਕਾਂ ਨੇ ਆਪਣੇ ਆਪ ਜ਼ਮੀਨ ਛੱਡੀ ਹੈ ਤੇ ਇਹ ਵੀ ਕਿਹਾ ਕਿ 31 ਮਈ ਤੱਕ ਜ਼ਮੀਨ ਛੱਡਣ ਵਾਲਿਆਂ ਤੇ ਕਾਰਵਾਈ ਨਹੀਂ ਕਰਾਂਗੇ। ਦੂਜਾ ਪੜਾਅ ਅਸੀਂ ਸ਼ੁਰੂ ਕੀਤਾ 14 ਮਈ ਨੂੰ, ਕਰਨਾ ਅਸੀਂ ਪਹਿਲੀ ਨੂੰ ਹੀ, ਪਰ ਕਿਉਂਕਿ ਜਲੰਧਰ ਦੀ ਇਲੈਕਸ਼ਨ ਹੀ ਵਿੱਚ ਉਹਦੇ ਕਰਕੇ ਅਸੀਂ ਡਿਲੇ ਕਰਤਾ। 14 ਨੂੰ ਅਸੀਂ ਸ਼ੁਰੂ ਕੀਤਾ ਤੇ ਹੁਣ ਤੱਕ ਅਸੀਂ ਅੱਜ ਤੱਕ 469 ਏਕੜ ਜਿਹੜੇ ਛਡਾਏ ਆ ਔਰ ਇਹ ਅਸੀਂ ਤੈਅ ਕੀਤਾ ਕਿ ਕਰੀਬ ਇਸ ਪੜਾਅ ਦੇ ਵਿੱਚ ਅਸੀਂ 6000 ਏਕੜ ਜ਼ਮੀਨ ਜਿਹੜੀ ਉਹ ਛਡਾਵਾਂਗੇ, ਕਿਉਂਕਿ ਜਿਹੜਾ ਪੇਪਰ ਅਸੀਂ ਕੋਈ ਧੱਕਾ ਨਹੀਂ ਕਰਨਾ, ਕੋਈ ਗੈਰ ਕਾਨੂੰਨੀ ਕੰਮ ਨਹੀਂ ਕਰਨਾ, ਅਸੀਂ ਲੀਗਲੀ ਜੋ ਵੀ ਆ ਉਹ ਮਤਲਬ ਕਰਾਂਗੇ ਔਰ ਜਿਹੜੀ ਜ਼ਮੀਨ ਦੀ ਕਾਨੂੰਨੀ ਪ੍ਰਕਿਰਿਆ ਪੂਰੀ ਹੋ ਜਾਂਦੀ ਹੈ ਉਹਨੂੰ ਅਸੀਂ ਛਡਾਵਾਂਗੇ। ਔਰ ਜਿਹੜਾ ਬੰਦਾ 31 ਤਰੀਕ ਤੱਕ ਨਹੀਂ ਛੱਡੂਗਾ, ਅੱਜ CM ਸਾਹਿਬ ਨੇ ਵੀ ਟਵੀਟ ਕੀਤਾ ਕਿ ਜਿਹੜਾ ਬੰਦਾ 31 ਮਈ ਤੱਕ ਜ਼ਮੀਨ ਨਹੀਂ ਛੱਡਦਾ 1 ਜੂਨ ਤੋਂ ਅਸੀਂ ਉਹਦੇ ਖਿਲਾਫ ਕਾਰਵਾਈ ਜਿਹੜੀ ਸ਼ੁਰੂ ਕਰਾਂਗੇ। ਪੰਚਾਇਤ ਮੰਤਰੀ ਨੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰਾਂ DDPO ਨੂੰ ਹਦਾਇਤ ਦਿੱਤੀ ਹੈ ਕਿ ਪੰਚਾਇਤੀ ਜ਼ਮੀਨਾਂ ਤੇ ਹੋਏ ਨਾਜਾਇਜ਼ ਕਬਜ਼ਿਆਂ ਨੂੰ 10 ਜੂਨ ਤੱਕ ਛਡਵਾਉਣ। ਪੰਚਾਇਤ ਮੰਤਰੀ ਨੇ ਇਹ ਵੀ ਦੱਸਿਆ ਕਿ ਅਦਾਲਤ ਵੱਲੋਂ ਸਟੇ ਲਾਈਆਂ ਜ਼ਮੀਨਾਂ ਤੋਂ ਇਲਾਵਾ ਜਿਹੜੀਆਂ ਜ਼ਮੀਨਾਂ ਤੇ ਹਾਲੇ ਤੱਕ ਨਾਜਾਇਜ਼ ਕਾਬਜ਼ਕਾਰ ਬੈਠੇ ਨੇ ਉਹਨਾਂ ਤੋਂ ਕਬਜ਼ਾ ਹਰ ਹਾਲ 10 ਜੂਨ ਤੱਕ ਲਿਆ ਜਾਵੇ। ਸਾਡੇ ਮਹਿਕਮੇ ਦਾ ਤੈਅ ਹੈ ਜੀ, ਮੁੱਖ ਮੰਤਰੀ ਜੀ ਦੀ ਦਿਸ਼ਾ ਦੇ ਅਨੁਸਾਰ ਸਾਡਾ ਤੈਅ ਹੈ ਕਿ ਜਿੰਨੀ ਵੀ ਜ਼ਮੀਨ ਹੈ ਪੰਜਾਬ ਦੇ ਵਿੱਚ ਜਿਹੜੀ ਨਜਾਇਜ਼ ਕਬਜ਼ਿਆਂ ਦੇ ਵਿੱਚ ਹੈ ਉਹਨੂੰ ਅਸੀਂ ਛਡਾਉਣਾ ਹੀ ਛਡਾਉਣਾ। ਉਹਦੀ ਕਾਨੂੰਨੀ ਪ੍ਰਕਿਰਿਆ ਅਸੀਂ ਪੂਰੀ ਕਰ ਰਹੇ ਹਾਂ। ਸਾਡੇ ਕੋਲ ਬਹੁਤ ਸਾਰੀ ਲੈਂਡ ਹੈ, ਪਰ ਐਰਕਾ ਜਿਹੜੀ ਅਸੀਂ ਮਿਥੀ ਹੈ ਜਿਹੜੀ 10 ਜੂਨ ਤੱਕ ਅਸੀਂ ਛਡਾਉਣਾ ਚਾਹੁੰਦੇ ਹਾਂ, ਕਿਉਂਕਿ 10 ਜੂਨ ਤੋਂ ਝੋਨੇ ਦਾ ਸੀਜ਼ਨ ਜਿਹੜਾ ਲੱਗਣਾ ਝੋਨਾ ਸ਼ੁਰੂ ਹੋ ਜਾਏਗਾ। ਅਸੀਂ 10 ਜੂਨ ਤੱਕ ਕੱਲ ਬੈਠ ਕੇ ਜਿਹੜੀ ਲੋਕੇਟ ਕੀਤੀ, ਜਿਹਦੇ ਲਈ ਕਬਜ਼ਾ ਵਾਰੰਟ ਜਾਰੀ ਕੀਤੇ ਆ, ਉਹ 6000 ਏਕੜ ਜ਼ਮੀਨ ਹੈ ਜਿਹੜੀ 10 ਜੂਨ ਤੱਕ ਅਸੀਂ ਖਾਲੀ ਕਰਾ ਲਾਂਗੇ, ਜਿਹਦੇ ਬਿਲਕੁਲ ਕੋਈ ਮਤਲਬ ਜਿਹੜਾ ਪੇਪਰ ਦੀ ਲੋੜ ਨਹੀਂ। ਸਾਡੇ DDPO ਸਾਹਿਬ ਜਿਹੜੀ ਸਾਡੇ ਮਹਿਕਮੇ ਦੀ ਕੋਰਟ ਹੁੰਦੀ ਹੈ ਉਹਨਾਂ ਦੇ ਮਤਲਬ ਜਿਹੜੇ ਉਹਦੇ ਕਬਜ਼ਾ ਵਾਰੰਟ ਜਾਰੀ ਕਰਤੇ ਆ ਔਰ ਸਭ ਨੂੰ ਬੇਨਤੀ ਹੈ ਕਿ
ਤੁਸੀਂ ਛੱਡ ਦਿਓ 6000 ਜ਼ਮੀਨ ਜਿਹੜੀ ਹੈ ਉਹ ਅਸੀਂ 10 ਜੂਨ ਤੱਕ ਹੋਰ ਜਿਹੜੀ ਛਡਾਵਾਂਗੇ। ਇਸ ਤੋਂ ਪਹਿਲਾਂ ਵੀ ਮੁੱਖ ਮੰਤਰੀ ਭਗਵੰਤ ਮਾਨ ਕਬਜ਼ੇ ਕਰਨ ਵਾਲਿਆਂ ਦੇ ਖਿਲਾਫ ਖਰਚੇ ਤੇ ਪਰਚੇ ਦਰਜ ਕਰਨ ਦੀ ਚੇਤਾਵਨੀ ਦੇ ਚੁੱਕੇ ਨੇ। ਹਾਲਾਂਕਿ ਪਹਿਲੇ ਗੇੜ ਦੇ ਦੌਰਾਨ ਇਸ ਮੁਹਿੰਮ ਦਾ ਕਿਸਾਨਾਂ ਤੇ ਕਈ ਹੋਰ ਲੋਕਾਂ ਵੱਲੋਂ ਵਿਰੋਧ ਕੀਤਾ ਗਿਆ ਸੀ। ਕਿਸਾਨਾਂ ਨੇ ਵਿਰੋਧ ਕਰਦਿਆਂ ਕਿਹਾ ਸੀ ਕਿ ਉਹਨਾਂ ਦੀ ਪੁਸ਼ਤਾਂ ਜ਼ਮੀਨਾਂ ਵਾਰੀਆਂ ਸੀ ਤੇ ਹੁਣ ਮੁੜ ਤੋਂ ਸਰਕਾਰ ਵੱਲੋਂ ਇਹ ਮੁਹਿੰਮ ਸ਼ੁਰੂ ਕੀਤੀ ਜਾਣੀ ਹੈ। ਫਿਲਹਾਲ ਸਮਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਉਸ ਪਾਰ ਤੁਹਾਨੂੰ ਦੱਸਾਂਗੇ ਕਿ ਮਾਨ ਸਰਕਾਰ ਵੱਲੋਂ ਹੁਣ ਤੱਕ ਕਿੰਨੇ ਏਕੜ ਜ਼ਮੀਨ ਤੇ ਕਬਜ਼ੇ ਛੁਡਾਏ ਗਏ ਨੇ।